ਹਾਊ ਮਚ ਲੈਂਡ ਡਜ਼ ਅ ਮੈਨ ਨੀਡ ਸਟੋਰੀ ਨੂੰ ਲਿਖਿਆ ਹੈ ਰਸ਼ੀਅਨ ਰਾਈਟਰ ਲੀਓ ਟੋਲਸਟੋਏ ਨੇ। ਦਿਸ ਸਟੋਰੀ ਇਜ਼ ਅਬਾਊਟ ਗਰੀਡ, ਅਬਾਊਟ ਡਿਜ਼ਾਇਰ ਫॉर ਮੋਰ ਐਂਡ ਮੋਰ। ਇਹ ਕਹਾਣੀ ਲਾਲਚ ਦੇ ਬਾਰੇ ਹੈ, ਸਾਡੀ ਉਸ ਇੱਛਾ ਦੇ ਬਾਰੇ ਹੈ ਜਿਸ ਦੇ ਵਿੱਚ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਹੋਰ ਮਿਲ ਜੇ, ਹੋਰ ਮਿਲ ਜੇ। ਸਾਡੇ ਕੋਲ ਜੇ ਸਾਈਕਲ ਹੈ ਤਾਂ ਅਸੀਂ ਚਾਹਾਂਗੇ ਸਕੂਟਰ ਹੋਵੇ, ਸਕੂਟਰ ਹੈ ਤਾਂ ਚਾਹਾਂਗੇ ਕਾਰ ਹੋਵੇ, ਕਾਰ ਹੈ ਤਾਂ ਹੋਰ ਵੱਡੀ ਕਾਰ ਹੋਵੇ, ਐਰੋਪਲੇਨ ਹੋਵੇ, ਜੈਟ ਹੋਵੇ, ਬਹੁਤ ਕੁਝ। ਲਾਲਚ ਜਾਂ ਇੱਛਾ ਦਾ ਕੋਈ ਵੀ ਅੰਤ ਨਹੀਂ ਹੁੰਦਾ ਹੈ ਤੇ ਇੱਕ ਟਾਈਮ ਆਉਂਦਾ ਹੈ ਜਦੋਂ ਗਰੀਡ ਸਾਨੂੰ ਕੰਟਰੋਲ ਕਰਨ ਲੱਗ ਜਾਂਦੀ ਹੈ ਤੇ ਸਾਡਾ ਸਰਵਨਾਸ਼ ਵੀ ਕਰ ਦਿੰਦੀ ਹੈ। ਸਟੋਰੀ ਦੀ ਬਿਗਨਿੰਗ ਹੁੰਦੀ ਹੈ ਦੋ ਔਰਤਾਂ ਦੀ ਡਿਸਕਸ਼ਨ ਨਾਲ। ਇਹ ਦੋਨੋਂ ਔਰਤਾਂ ਆਪਸ ਦੇ ਵਿੱਚ ਸਿਸਟਰਸ ਨੇ ਤੇ ਇਹ ਕੀ ਡਿਸਕਸ ਕਰ ਰਹੀਆਂ ਨੇ। ਐਲਡਰ ਸਿਸਟਰ ਜੋ ਸਿਟੀ ਦੇ ਵਿੱਚ ਰਹਿੰਦੀ ਹੈ ਉਹ ਸਿਟੀ ਲਾਈਫ ਦੇ ਬਾਰੇ ਵਡਿਆਈ ਕਰ ਰਹੀ ਹੈ ਤੇ ਜਿਹੜੀ ਛੋਟੀ ਸਿਸਟਰ ਹੈ, ਯੰਗਰ ਸਿਸਟਰ, ਉਹ ਵਿਲੇਜ ਦੇ ਵਿੱਚ ਰਹਿੰਦੀ ਹੈ ਤੇ ਉਹ ਵਿਲੇਜ ਲਾਈਫ ਨੂੰ, ਰੂਰਲ ਲਾਈਫ ਨੂੰ ਜ਼ਿਆਦਾ ਵਧੀਆ ਦੱਸਦੀ ਹੈ। ਉਸਦਾ ਮੰਨਣਾ ਹੈ ਕਿ ਰੂਰਲ ਲਾਈਫ ਜਿਹੜੀ ਹੈ ਉਹ ਡਿਫਿਕਲਟ ਹੋ ਸਕਦੀ ਹੈ ਪਰ ਐਂਜ਼ਾਈਟੀ ਫ੍ਰੀ ਹੁੰਦੀ ਹੈ, ਸਟ੍ਰੈਸ ਫ੍ਰੀ ਹੁੰਦੀ ਹੈ। ਪਰ ਟਾਊਨ ਵਾਲੀ ਸਿਸਟਰ ਦਾ ਕਹਿਣਾ ਹੈ ਕਿ ਉਹਨਾਂ ਦੀ ਲਾਈਫ ਜ਼ਿਆਦਾ ਕੰਫਰਟੇਬਲ ਹੁੰਦੀ ਹੈ। ਪਾਖੋਮ ਜੋ ਛੋਟੀ ਸਿਸਟਰ ਦਾ ਹਸਬੈਂਡ ਹੈ ਤੇ ਉਸ ਘਰ ਦਾ ਮਾਲਿਕ ਹੈ, ਉਹ ਇਹਨਾਂ ਦੋਨਾਂ ਦੀ ਗੱਲ ਨੂੰ ਸੁਣ ਰਿਹਾ ਹੈ ਤੇ ਉਹ ਇਸ ਗੱਲ ਨਾਲ ਅਗਰੀ ਕਰਦਾ ਹੈ ਕਿ ਵਿਲੇਜ ਲਾਈਫ ਜਿਹੜੀ ਹੈ ਸਟ੍ਰੈਸ ਫ੍ਰੀ ਹੈ। ਪਰ ਉਸਦਾ ਇਹ ਵੀ ਮੰਨਣਾ ਹੈ ਕਿ ਜੇ ਉਸਦੇ ਕੋਲ ਜ਼ਿਆਦਾ ਲੈਂਡ ਹੋਵੇਗੀ ਤਾਂ ਉਹ ਡੈਵਲ ਤੋਂ ਵੀ, ਸ਼ੈਤਾਨ ਤੋਂ ਵੀ ਨਹੀਂ ਡਰੇਗਾ। ਡੈਵਲ ਨੇ ਉਸਦੀ ਇਹ ਗੱਲ ਸੁਣ ਲਈ, ਉਸਦੀ ਮਿਊਜ਼ਿੰਗਸ ਨੂੰ ਸੁਣ ਲਿਆ। ਮਿਊਜ਼ਿੰਗਸ ਕੀ ਹੁੰਦੀ ਹੈ? ਵਿਚਾਰਧਾਰਾ, ਉਸਦੇ ਜਿਹੜੇ ਥਾਟਸ ਨੇ ਉਸਨੂੰ ਉਸਨੇ ਸੁਣ ਲਿਆ ਤੇ ਉਸਨੇ ਠਾਣ ਲਈ ਕਿ ਉਸਨੂੰ ਜ਼ਿਆਦਾ ਲੈਂਡ ਦੇਵੇਗਾ ਤੇ ਉਸਨੂੰ ਆਪਣੇ ਕੰਟਰੋਲ ਦੇ ਵਿੱਚ ਕਰ ਲਵੇਗਾ ਉਸ ਲੈਂਡ ਦੇ ਥਰੂ। ਹੁਣ ਤੁਹਾਡਾ ਇੱਥੇ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਡੈਵਲ ਐਕਚੁਅਲ ਦੇ ਵਿੱਚ ਕੋਈ ਡੈਵਲ ਨਹੀਂ ਹੈ, ਕੋਈ ਸ਼ੈਤਾਨ ਨਹੀਂ ਹੈ। ਅਸਲ ਦੇ ਵਿੱਚ ਪਾਖੋਮ ਦੇ ਮਨ ਦੇ ਵਿੱਚ ਜਿਹੜਾ ਲਾਲਚ ਹੈ, ਜੋ ਗਰੀਡ ਹੈ, ਉਸ ਨੂੰ ਡੈਵਲ ਦਾ ਨਾਮ ਦਿੱਤਾ ਗਿਆ ਹੈ। ਮਤਲਬ ਡੈਵਲ ਆ ਚੁੱਕਾ ਹੈ, ਉਸਦੇ ਮਨ ਦੇ ਵਿੱਚ ਲਾਲਚ ਆ ਚੁੱਕਾ ਹੈ ਹੋਰ ਜ਼ਮੀਨ ਨੂੰ ਲੈਣ ਦਾ ਤੇ ਇਹੀ ਲਾਲਚ ਉਸਦੀ ਲਾਈਫ ਨੂੰ ਕੰਟਰੋਲ ਦੇ ਵਿੱਚ ਕਰਨ ਵਾਲਾ ਸੀ ਤੇ ਉਸਦੀ ਲਾਈਫ ਦਾ ਸਰਵਨਾਸ਼ ਕਰਨ ਵਾਲਾ ਸੀ। ਤੇ ਪਾਖੋਮ ਦੀ ਸਰਵਨਾਸ਼ ਹੋਣ ਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ? ਪਾਖੋਮ ਦਾ ਇੱਕ ਨੇਬਰ ਜਿਹੜਾ ਹੁੰਦਾ ਹੈ ਉਹ 50 ਏਕੜ ਦੀ ਜ਼ਮੀਨ ਖਰੀਦ ਲੈਂਦਾ ਹੈ। ਇਹ ਚੀਜ਼ ਵੇਖ ਕੇ ਪਾਖੋਮ ਨੂੰ ਬਹੁਤ ਜ਼ਿਆਦਾ ਜੈਲਸੀ ਹੁੰਦੀ ਹੈ ਤੇ ਉਹ ਵੀ ਕਿਸੇ ਤਰੀਕੇ ਦੇ ਨਾਲ 40 ਏਕੜ ਜ਼ਮੀਨ ਨੂੰ ਖਰੀਦ ਲੈਂਦਾ ਹੈ। ਜ਼ਮੀਨ ਖਰੀਦਣ ਦੇ ਲਈ ਉਹ ਕੋਲਟ ਮਤਲਬ ਘੋੜੀ ਦਾ ਬੱਚਾ ਜਿਹੜਾ ਹੁੰਦਾ ਹੈ ਉਸਨੂੰ ਵੇਚ ਦਿੰਦਾ ਹੈ। ਉਹ ਆਪਣੀ ਅੱਧੀ ਬੀਜ਼, ਅੱਧੀ ਮਧੂਮੱਖੀਆਂ ਵੇਚ ਦਿੰਦਾ ਹੈ। ਕੁਝ ਉਧਾਰ ਆਪਣੇ ਬ੍ਰਦਰ ਇਨ ਲਾਅ ਤੋਂ ਲੈਂਦਾ ਹੈ। ਆਪਣੇ ਇੱਕ ਬੇਟੇ ਨੂੰ ਉਹ ਲੇਬਰਰ ਦੇ ਕੰਮ ਤੇ ਲਗਵਾ ਦਿੰਦਾ ਹੈ ਤੇ ਉਸਦੀ ਸੈਲਰੀ ਐਡਵਾਂਸ ਦੇ ਵਿੱਚ ਚੁੱਕ ਲੈਂਦਾ ਹੈ। ਇਸ ਤਰੀਕੇ ਦੇ ਨਾਲ ਉਸਨੇ ਪੈਸੇ ਇਕੱਠੇ ਕਰਕੇ 40 ਏਕੜ ਜ਼ਮੀਨ ਖਰੀਦ ਲਈ। 40 ਏਕੜ ਜ਼ਮੀਨ ਨੂੰ ਖਰੀਦਣ ਤੋਂ ਬਾਅਦ ਉਹ ਉੱਥੇ ਬੀਜ ਬੀਜਦਾ ਹੈ। ਉਸਦੀ ਫਸਲ ਬਹੁਤ ਵਧੀਆ ਹੁੰਦੀ ਹੈ ਤੇ ਉਹ ਪਹਿਲਾਂ ਨਾਲੋਂ ਬਹੁਤ ਰਿਚ ਹੋ ਜਾਂਦਾ ਹੈ। ਪਰ ਫਿਰ ਵੀ ਉਹਨੂੰ ਸੈਟਿਸਫੈਕਸ਼ਨ ਨਹੀਂ ਸੀ। ਫਿਰ ਉਹ ਇੱਕ ਦਿਨ ਸਟ੍ਰੇਂਜਰ ਨੂੰ ਮਿਲਦਾ ਹੈ ਜੋ ਕਿ ਇੱਕ ਕਿਸਾਨ ਸੀ। ਉਸਨੇ ਉਸਨੂੰ ਦੱਸਿਆ ਕਿ ਬਿਯੋਂਡ ਵੋਲਗਾ ਜਿਹੜੀ ਲੈਂਡ ਹੈ ਉਹ ਬਹੁਤ ਫਰਟਾਈਲ ਹੈ। ਮਤਲਬ ਵੋਲਗਾ ਨਦੀ ਨੂੰ ਪਾਰ ਕਰਕੇ ਜਿਹੜੀ ਜ਼ਮੀਨ ਹੈ ਉਹ ਬਹੁਤ ਹੀ ਉਪਜਾਊ ਹੈ। ਬਸ ਹੁਣ ਉਸਦੇ ਮਨ ਵਿੱਚ ਆ ਜਾਂਦਾ ਹੈ ਕਿ ਉਹ ਜ਼ਮੀਨ ਖਰੀਦਣੀ ਹੈ। ਉਹ ਸਭ ਕੁਝ ਵੇਚ ਵੱਟ ਕੇ, ਜ਼ਮੀਨ ਜਾਇਦਾਦ ਸਭ ਵੇਚ ਕੇ ਵੋਲਗਾ ਨਦੀ ਦੇ ਪਾਰ ਵਸਣ ਦੇ ਲਈ ਚਲਾ ਜਾਂਦਾ ਹੈ ਤੇ ਉੱਥੇ ਇੱਕ ਨਵੀਂ ਲਾਈਫ ਸਟਾਰਟ ਕਰਦਾ ਹੈ। ਪਹਿਲਾਂ ਨਾਲੋਂ ਵੀ ਵੱਧ ਜ਼ਮੀਨ ਖਰੀਦਦਾ ਹੈ। ਹੁਣ ਉਹ ਪਹਿਲਾਂ ਨਾਲੋਂ 10 ਗੁਣਾ ਬਿਹਤਰ ਲਾਈਫ ਸਪੈਂਡ ਕਰ ਰਿਹਾ ਸੀ। ਫਿਰ ਵੀ ਉਸਨੂੰ ਸੈਟਿਸਫੈਕਸ਼ਨ ਨਹੀਂ ਸੀ। ਉਹ ਹੋਰ ਜ਼ਿਆਦਾ ਲੈਂਡ ਖਰੀਦਣਾ ਚਾਹੁੰਦਾ ਸੀ। ਫਿਰ ਉਸਨੂੰ ਇੱਕ ਦਿਨ ਇੱਕ ਟ੍ਰੇਡਰ ਮਿਲਿਆ, ਵਪਾਰੀ ਮਿਲਿਆ, ਜਿਸ ਨੇ ਬਾਸ਼ਕੀਰਸ ਦੇ ਬਾਰੇ ਦੱਸਿਆ, ਬਾਸ਼ਕੀਰ ਲੋਕਾਂ ਦੇ ਬਾਰੇ ਦੱਸਿਆ ਤੇ ਇਹ ਵੀ ਦੱਸਿਆ ਕਿ ਉਹਨਾਂ ਕੋਲ ਬਹੁਤ ਜ਼ਿਆਦਾ ਲੈਂਡ ਹੈ ਜਿਹੜੇ ਕਿ ਉਹ ਬਹੁਤ ਹੀ ਸਸਤੇ ਰੇਟਾਂ ਤੇ ਵੇਚ ਰਹੇ ਹਨ। ਬਾਸ਼ਕੀਰ ਲੋਕਾਂ ਦੀ ਜਿਹੜੀ ਜ਼ਮੀਨ ਸੀ ਉਹ ਬਹੁਤ ਹੀ ਫਰਟਾਈਲ ਸੀ ਤੇ ਉਹ ਨਦੀ ਦੇ ਕਿਨਾਰੇ ਸੀ ਤੇ ਉਹ 1000 ਰੂਬਲ ਦੇ ਵਿੱਚ 13,000 ਏਕੜ ਜ਼ਮੀਨ ਵੇਚਿਆ ਕਰਦੇ ਸਨ। ਉਹ ਬਾਸ਼ਕੀਰ ਲੋਕਾਂ ਦੇ ਕੋਲ ਗਿਆ। ਬਾਸ਼ਕੀਰਸ ਉਸਨੂੰ ਬਹੁਤ ਹੀ ਸਿੰਪਲ ਲੋਕ ਲੱਗੇ। ਉਹਨਾਂ ਦੇ ਕੋਲ ਕਾਫੀ ਜ਼ਮੀਨ ਸੀ। ਪਾਖੋਮ ਨੇ ਬਾਸ਼ਕੀਰਸ ਨੂੰ ਬਹੁਤ ਸਾਰੇ ਗਿਫਟ ਦਿੱਤੇ ਤਾਂ ਕਿ ਉਹਨਾਂ ਦੇ ਨਾਲ ਉਹ ਫਰੈਂਡਸ਼ਿਪ ਕਰ ਸਕੇ। ਉਸਦਾ ਇੱਕੋ ਇੱਕ ਮਕਸਦ ਸੀ ਉਹਨਾਂ ਤੋਂ ਲੈਂਡ ਖਰੀਦਣਾ। ਉਸਨੇ ਗਿਫਟਸ ਦੇ ਵਿੱਚ ਬੈਸਟ ਡਰੈਸਿੰਗ ਗਾਊਨਸ ਦਿੱਤੇ, 5 ਪਾਉਂਡਸ ਟੀ ਵੀ ਦਿੱਤੀ। ਉਸ ਤੋਂ ਬਾਅਦ ਉਸਨੇ ਉਹਨਾਂ ਦੇ ਨਾਲ ਲੈਂਡ ਲੈਣ ਦੀ ਗੱਲ ਕੀਤੀ। ਬਾਸ਼ਕੀਰਸ ਲੈਂਡ ਵੇਚਣ ਲਈ ਰੈਡੀ ਸਨ। ਪਾਖੋਮ ਨੇ ਜਦ ਉਹਨਾਂ ਤੋਂ ਕੀਮਤ ਪੁੱਛੀ ਤਾਂ ਉਹਨਾਂ ਨੇ ਦੱਸਿਆ 1000 ਰੂਬਲਸ ਅ ਡੇ। ਇੱਥੇ ਕਹਾਣੀ ਦੇ ਵਿੱਚ ਇੱਕ ਟਵਿਸਟ ਆਉਂਦਾ ਹੈ। ਉਹ ਲੋਕ 1000 ਰੂਬਲਸ ਦੇ ਵਿੱਚ 13,000 ਏਕੜ ਜ਼ਮੀਨ ਨਹੀਂ ਸੀ ਵੇਚਦੇ। ਉਹ ਲੋਕ ਏਕੜ ਦੇ ਹਿਸਾਬ ਦੇ ਨਾਲ ਜ਼ਮੀਨ ਹੀ ਨਹੀਂ ਸੀ ਵੇਚਦੇ। ਉਹ ਇੱਕ ਦਿਨ ਦੇ ਹਿਸਾਬ ਦੇ ਨਾਲ ਜ਼ਮੀਨ ਵੇਚਦੇ ਸੀ। ਮਤਲਬ 1000 ਰੂਬਲ ਦੇ ਕੇ ਇੱਕ ਇਨਸਾਨ ਇੱਕ ਦਿਨ ਦੇ ਵਿੱਚ ਜਿੰਨੀ ਦੂਰ ਪੈਦਲ ਚੱਲ ਕੇ ਵਾਪਸ ਆ ਜਾਵੇਗਾ, ਉਸਨੇ ਜਿੰਨੀ ਵੀ ਲੈਂਡ ਕਵਰ ਕੀਤੀ ਹੋਏਗੀ
ਉਹ ਸਾਰੀ ਦੀ ਸਾਰੀ ਲੈਂਡ ਜਿਹੜੀ ਹੋਏਗੀ ਉਸ ਇਨਸਾਨ ਦੀ ਹੋ ਜਾਏਗੀ। One could have as much land as one could walk round in one day for 1000 rubles। ਇਸ ਦੇ ਵਿੱਚ ਵੀ ਇੱਕ ਕੰਡੀਸ਼ਨ ਸੀ ਕਿ ਪਾਖੋਮ ਨੂੰ ਸਨਸੈਟ ਹੋਣ ਤੋਂ ਪਹਿਲਾਂ, ਸੂਰਜ ਛਿਪਣ ਤੋਂ ਪਹਿਲਾਂ ਸਟਾਰਟਿੰਗ ਪੁਆਇੰਟ ਤੇ ਆਣਾ ਪਏਗਾ, ਉਸ ਥਾਂ ਤੇ ਆਣਾ ਪਏਗਾ ਜਿੱਥੋਂ ਦੀ ਉਸਦੀ ਲੈਂਡ ਸਟਾਰਟ ਹੋਣੀ ਹੈ, ਜਿੱਥੋਂ ਦੀ ਉਸਨੇ ਆਪਣੀ ਜਰਨੀ ਨੂੰ ਸ਼ੁਰੂ ਕੀਤਾ ਹੋਏਗਾ। ਵਾਪਸ ਉੱਥੇ ਪਹੁੰਚਣਾ ਪਏਗਾ, ਨਹੀਂ ਤਾਂ ਜ਼ਮੀਨ ਨਹੀਂ ਮਿਲੇਗੀ ਤੇ ਉਸਦੇ ਪੈਸੇ ਵੇਸਟ ਹੋ ਜਾਣਗੇ। ਪਾਖੋਮ ਬਹੁਤ ਹੀ ਖੁਸ਼ ਹੋ ਗਿਆ, ਉਸਨੂੰ ਲੱਗਿਆ ਇਹ ਤਾਂ ਹੋਰ ਵਧੀਆ ਗੱਲ ਹੈ, ਇਦਾਂ ਤਾਂ ਉਹ ਬਹੁਤ ਸਾਰੀ ਜ਼ਮੀਨ ਨੂੰ ਆਪਣੇ ਵੱਸ 'ਚ ਕਰ ਲਏਗਾ। ਉਸਨੇ ਸੋਚਿਆ ਕਿ ਉਹ अर्ਲੀ ਮਾਰਨਿੰਗ ਹੀ ਆਪਣੀ ਜਰਨੀ ਸਟਾਰਟ ਕਰ ਦੇਗਾ। ਉਹ ਪੂਰੀ ਰਾਤ ਸੋ ਨਹੀਂ ਪਾਇਆ ਇਹ ਸਭ ਸੋਚਦਿਆਂ ਹੋਇਆਂ ਕਿ ਉਹ ਕਿੰਨੀ ਜ਼ਮੀਨ ਆਪਣੇ ਵੱਸ 'ਚ ਕਰ ਸਕਦਾ ਹੈ। ਉਹ ਇਹ ਸੋਚ ਰਿਹਾ ਸੀ ਕਿ ਉਹ 35 ਏਕੜ ਲੈਂਡ ਚੱਲ ਲਵੇਗਾ ਤੇ ਉਹ ਸਾਰੀ ਲੈਂਡ ਉਸਦੀ ਹੋ ਜਾਵੇਗੀ। ਅਗਲੇ ਦਿਨ ਬਾਸ਼ਕੀਰਸ ਦੇ ਚੀਫ ਨੇ ਉਸਨੂੰ ਉਹ ਥਾਂ ਦਿਖਾਈ, ਹਿਲਕ ਦੇ ਕੋਲ, ਇੱਕ ਛੋਟੀ ਜਿਹੀ ਪਹਾੜੀ ਦੇ ਕੋਲ, ਜਿਹੜੀ ਸਾਰੀ ਜ਼ਮੀਨ ਉਹਨਾਂ ਦੀ ਸੀ। ਉਸਨੇ ਆਪਣੀ ਫਰ ਕੈਪ ਉਤਾਰੀ ਤੇ ਗਰਾਊਂਡ ਤੇ ਰੱਖ ਦਿੱਤੀ ਤੇ ਕਿਹਾ ਕਿ ਇਹ ਤੁਹਾਡਾ ਸਟਾਰਟਿੰਗ ਪੁਆਇੰਟ ਹੈ, ਇੱਥੇ ਹੀ ਸਨਸੈਟ ਹੋਣ ਤੋਂ ਪਹਿਲਾਂ ਤੁਸੀਂ ਵਾਪਸ ਮੁੜਨਾ ਹੈ ਤੇ ਫਿਰ ਜਿੰਨੀ ਵੀ ਜ਼ਮੀਨ ਤੁਸੀਂ ਤੁਰ ਲਓਗੇ ਉਹ ਤੁਹਾਡੀ ਹੋ ਜਾਵੇਗੀ। ਪਾਖੋਮ ਨੇ 1000 ਰੂਬਲਸ ਜਿਹੜੇ ਸੀ ਉਸ ਕੈਪ ਦੇ ਵਿੱਚ ਪਾ ਦਿੱਤੇ ਤੇ ਆਪਣੀ ਜਰਨੀ ਸਟਾਰਟ ਕਰ ਦਿੱਤੀ। ਪਹਿਲਾਂ ਉਹ 1000 ਯਾਰਡਸ ਮਤਲਬ 1000 ਗਜ਼ ਚੱਲਿਆ ਤੇ ਉਸਨੇ ਇੱਕ ਹੋਲ ਕੀਤਾ। ਫਿਰ ਉਸਨੇ ਉਸ ਹੋਲ 'ਚ, ਉਸ ਗੱਡੇ ਦੇ ਵਿੱਚ ਟਰਫ ਭਰ ਦਿੱਤੀ। ਟਰਫ ਕੀ ਹੁੰਦੀ ਹੈ? ਗ੍ਰਾਸ, ਘਾਹ, ਜਿਹਦੇ ਥੱਲੇ ਮਿੱਟੀ ਲੱਗੀ ਹੋਈ ਹੁੰਦੀ ਹੈ। ਉਸਨੇ ਉਹ ਟਰਫ ਉੱਪਰ ਤੱਕ ਭਰੀ ਤਾਂ ਕਿ ਉਹ ਚੰਗੀ ਤਰੀਕੇ ਨਾਲ ਸਾਰਿਆਂ ਨੂੰ ਦਿਖ ਸਕੇ। ਉਸਨੇ ਅਜਿਹਾ ਕਿਉਂ ਕੀਤਾ ਸੀ? ਕਿਉਂਕਿ ਇਹ ਉਸਦੀ ਪ੍ਰੋਗਰੈਸ ਦਾ ਮਾਰਕ ਸੀ। ਇਹ ਇਸ ਗੱਲ ਨੂੰ ਦਿਖਾ ਰਿਹਾ ਸੀ ਕਿ ਇੱਥੋਂ ਤੱਕ ਦੀ ਜ਼ਮੀਨ ਹੁਣ ਉਸਦੀ ਹੋ ਚੁੱਕੀ ਹੈ। ਫਿਰ ਕੁਝ ਦੇਰ ਬਾਅਦ ਉਹ ਓਨਾ ਹੀ ਚੱਲਿਆ ਤੇ ਉਸਨੇ ਫਿਰ ਤੋਂ ਇੱਕ ਹੋਲ ਕੀਤਾ। ਫਿਰ ਉਹ ਚੱਲਦਾ ਰਿਹਾ ਤੇ 3 ਮੀਲ ਹੋਰ ਚੱਲਣ ਦੀ ਉਸਨੇ ਸੋਚੀ। ਉਸ ਤੋਂ ਬਾਅਦ ਉਸਨੇ ਸੋਚਿਆ ਕਿ ਉਹ ਲੈਫਟ ਹੈਂਡ ਵੱਲ ਮੁੜ ਜਾਵੇਗਾ ਕਿਉਂਕਿ ਉੱਥੋਂ ਦੀ ਲੈਂਡ ਉਸਨੂੰ ਜ਼ਿਆਦਾ ਵਧੀਆ ਲੱਗ ਰਹੀ ਸੀ। ਜਿੰਨਾ ਵੀ ਉਸਨੇ ਸੋਚਿਆ ਸੀ ਉਹਨਾਂ ਚੱਲਣ ਤੋਂ ਬਾਅਦ ਉਹ ਲੈਫਟ ਹੈਂਡ ਮੁੜ ਗਿਆ ਜਿੱਥੋਂ ਦੀ ਜ਼ਮੀਨ ਉਸਨੂੰ ਵਧੀਆ ਲੱਗੀ ਸੀ। ਤੇ ਉਸ ਤੋਂ ਬਾਅਦ ਉਹ ਬਹੁਤ ਦੇਰ ਜਦ ਹੋ ਗਈ ਦੁਪਹਿਰ ਨੂੰ ਤਾਂ ਉਸਨੇ ਵਾਪਸ ਜਾਣ ਦੀ ਸੋਚੀ, ਪਰ ਉਸ ਤੋਂ ਬਿਲਕੁਲ ਵੀ ਤੁਰਿਆ ਨਹੀਂ ਸੀ ਜਾ ਰਿਹਾ। ਹੀ ਵਾਜ਼ ਐਕਸਟ੍ਰੀਮਲੀ ਟਾਇਰਡ। ਉਹ ਬਹੁਤ ਜ਼ਿਆਦਾ ਥੱਕ ਚੁੱਕਾ ਸੀ। ਉਹ ਰੈਸਟ ਕਰਨਾ ਚਾਹੁੰਦਾ ਸੀ ਪਰ ਇਹ ਪੋਸੀਬਲ ਨਹੀਂ ਸੀ ਕਿਉਂਕਿ ਟਾਈਮ ਦੀ ਘਾਟ ਸੀ। ਉਸਨੇ ਸਨਸੈਟ ਹੋਣ ਤੋਂ ਪਹਿਲਾਂ ਮੁੜਨਾ ਸੀ। ਉਸਨੇ ਉਸ ਹਿਲਕ, ਉਸ ਛੋਟੀ ਪਹਾੜੀ ਵੱਲ ਤੁਰਨਾ ਸ਼ੁਰੂ ਕਰ ਦਿੱਤਾ ਜਿੱਥੋਂ ਉਸਨੇ ਆਪਣੀ ਜਰਨੀ ਦੀ ਸਟਾਰਟਿੰਗ ਕੀਤੀ ਸੀ। ਬਹੁਤ ਦੂਰ ਸੀ ਹਿਲਕ ਤੇ ਸਨਸੈਟ ਹੋਣ ਵਾਲਾ ਸੀ, ਇਸ ਕਰਕੇ ਉਸਨੇ ਰਨਿੰਗ ਸਟਾਰਟ ਕਰ ਦਿੱਤੀ, ਦੌੜਨਾ ਸ਼ੁਰੂ ਕਰ ਦਿੱਤਾ। ਉਹ ਬਹੁਤ ਜ਼ਿਆਦਾ ਥੱਕ ਗਿਆ ਸੀ, ਉਸਨੂੰ ਸਾਹ ਵੀ ਨਹੀਂ ਸੀ ਆ ਰਿਹਾ ਤੇ ਉਹ ਬਹੁਤ ਜ਼ਿਆਦਾ ਡਰਿਆ ਵੀ ਹੋਇਆ ਸੀ ਕਿ ਉਹ ਆਪਣੀ ਜਰਨੀ ਨੂੰ ਸਨਸੈਟ ਹੋਣ ਤੋਂ ਪਹਿਲਾਂ ਕੰਪਲੀਟ ਨਹੀਂ ਕਰ ਪਾਏਗਾ, ਵਾਪਸ ਨਹੀਂ ਮੁੜ ਪਾਏਗਾ। ਇਹ ਸੋਚ ਕੇ ਉਸਦਾ ਸਾਹ ਲੈਣਾ ਹੋਰ ਜ਼ਿਆਦਾ ਔਖਾ ਹੋ ਗਿਆ ਸੀ। ਉਸਨੂੰ ਬਰੀਥਿੰਗ ਕਰਨ ਦੇ ਵਿੱਚ ਇੰਨੀ ਪ੍ਰੋਬਲਮ ਆ ਰਹੀ ਸੀ, ਉਸਨੂੰ ਮੌਤ ਦਾ ਡਰ ਵੀ ਸੀ। ਉਸਦੇ ਬਾਵਜੂਦ ਵੀ ਉਹ ਨਹੀਂ ਰੁਕਿਆ, ਪੂਰੀ ਸਟਰੈਂਥ ਇਕੱਠੀ ਕਰਕੇ ਉਹ ਦੌੜਿਆ ਤੇ ਅੰਤ ਦੇ ਵਿੱਚ ਉਹ ਹਿਲਕ ਪਹਾੜੀ ਦੇ ਟੌਪ ਤੇ ਕੈਪ ਦੇ ਕੋਲ ਪਹੁੰਚ ਗਿਆ। ਉਹ ਅੱਗੇ ਜਾ ਕੇ ਡਿੱਗ ਗਿਆ ਤੇ ਕੈਪ ਨੂੰ ਹੈਂਡਸ ਨਾਲ ਫੜ ਲਿਆ। ਉਸਨੇ ਸਨਸੈਟ ਹੋਣ ਤੋਂ ਪਹਿਲਾਂ ਹਿਲਕ ਦੇ ਕੋਲ ਪਹੁੰਚਣ ਦੀ ਸ਼ਰਤ ਨੂੰ ਕੰਪਲੀਟ ਕਰ ਲਿਆ ਸੀ। ਬਹੁਤ ਸਾਰੀ ਲੈਂਡ ਆਪਣੇ ਹਿੱਸੇ ਦੇ ਵਿੱਚ ਕਰ ਲਈ ਸੀ, ਪਰ ਪਾਖੋਮ ਮਰ ਚੁੱਕਿਆ ਸੀ। ਉਸਦੇ ਮੂੰਹ ਦੇ ਵਿੱਚੋਂ ਖੂਨ ਆ ਰਿਹਾ ਸੀ। ਸਨਸੈਟ ਹੋ ਗਿਆ ਸੀ, ਸੂਰਜ ਡੁੱਬ ਚੁੱਕਾ ਸੀ ਤੇ ਉਸਦੀ ਲਾਈਫ ਦਾ ਵੀ ਸੂਰਜ ਡੁੱਬ ਗਿਆ, ਮਤਲਬ ਉਹ ਮਰ ਗਿਆ ਤੇ ਨਾਲ ਹੀ ਡੁੱਬ ਗਈਆਂ ਉਸਦੀਆਂ ਐਂਬੀਸ਼ਨਸ, ਡਿਜ਼ਾਇਰ ਤੇ ਉਸਦੀ ਗਰੀਡ। ਲਾਈਫ ਦੇ ਨਾਲ ਨਾਲ ਉਸਦੀ ਲਾਲਚ ਤੇ ਉਸਦੀ ਨਾ ਖਤਮ ਹੋ ਜਾਣ ਵਾਲੀ ਇੱਛਾਵਾਂ ਦਾ ਅੰਤ ਹੋ ਗਿਆ। ਉਸ ਨੂੰ ਜ਼ਮੀਨ ਵਿੱਚ ਉੱਥੇ ਹੀ ਕਬਰ ਬਣਾ ਕੇ ਦਫਨਾ ਦਿੱਤਾ ਗਿਆ, ਜਿਸ ਦੇ ਲਈ ਸਿਰਫ 6 ਫੁੱਟ ਹੀ ਲੱਗੇ। ਬਸ ਇੰਨੀ ਹੀ ਲੈਂਡ ਦੀ ਲੋੜ ਸੀ ਉਸਨੂੰ। ਸਾਰੀ ਲਾਈਫ ਉਹ ਲੈਂਡ ਦੇ ਪਿੱਛੇ ਭੱਜਦਾ ਰਿਹਾ ਤੇ ਅੰਤ ਨੇ ਉਸਦੀ ਉਸੇ ਲਾਲਚ ਨੇ ਉਸਨੂੰ ਬਰਬਾਦ ਕਰ ਦਿੱਤਾ ਤੇ ਮਰਨ ਤੋਂ ਬਾਅਦ ਸਿਰਫ ਉਸਨੂੰ 6 ਫੀਟ ਹੀ ਨਸੀਬ ਹੋਏ। What is the moral of the story? Greed is a curse. One shouldn't be greedy because greed leads to destruction. ਜਿਹੜੀ ਲਾਲਚ ਹੈ ਉਹ ਅਭਿਸ਼ਾਪ ਹੁੰਦਾ ਹੈ। ਕਿਸੇ ਨੂੰ ਵੀ ਲਾਲਚੀ ਨਹੀਂ ਹੋਣਾ ਚਾਹੀਦਾ ਹੈ ਕਿਉਂਕਿ ਅੰਤ ਦੇ ਵਿੱਚ ਲਾਲਚ ਜਿਹੜੀ ਹੈ ਉਹ ਵਿਨਾਸ਼ ਕਰ ਦਿੰਦੀ ਹੈ ਇਨਸਾਨ ਦਾ। ਐਂਡ ਵੀ ਸ਼ੁੱਡ ਬੀ ਸੈਟਿਸਫਾਈਡ ਵਿਦ ਵਟ ਐਵਰ ਵੀ ਹੈਵ। ਸਾਨੂੰ ਉਨੇ ਨਾਲ ਹੀ ਸੰਤੁਸ਼ਟ ਰਹਿਣਾ ਚਾਹੀਦਾ ਹੈ ਜਿੰਨਾ ਕਿ ਰੱਬ ਨੇ ਸਾਨੂੰ ਦਿੱਤਾ ਹੋਇਆ ਹੈ। ਦੈਟਸ ਆਲ ਫॉर ਟੁਡੇ। ਇਹ ਸੀ ਅੱਜ ਦੀ ਬਿਊਟੀਫੁਲ ਸਟੋਰੀ ਜਿਸ ਨੇ ਸਾਨੂੰ ਬਹੁਤ ਕੁਝ ਸਿਖਾਇਆ। ਜੇ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਪਲੀਜ਼ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਥੈਂਕ ਯੂ ਸੋ ਮਚ ਫॉर ਵਾਚਿੰਗ।